हाँ जी प्यारे विद्यार्थियों, प्यार भरी सत श्री अकाल। अज असी 7वीं जमात का पाठ 8 चुम चुम रखो एक कविता करन जा रहे हाँ। इस कविता की व्याख्या करन तो पहला बेटा इस कविता बारे मैं तुहानूं कुछ दसना चाहती हाँ। ये कविता नंद लाल नूरपुरी जी द्वारा लिखी गई है। ये कविता नहीं, एक गीत है। इस गीत दे विच किस समय का वर्णन है जदों श्री गुरु गोबिंद सिंह जी के वड्डे साहिबजादे साहिबजादा अजीत सिंह जी ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਚਮਕੌਰ ਦੀ ਜੰਗ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਸਨ, ਜੰਗ ਵਿੱਚ ਗਏ ਹੋਏ ਸਨ। ਤਾਂ ਉਸ ਸਮੇਂ ਉਹਨਾਂ ਦੀ ਦਾਦੀ ਮਾਂ ਜਾਣੀ ਕਿ ਮਾਤਾ ਗੁਜਰੀ ਜੀ ਦੇ ਮਨ ਵਿੱਚ ਜੋ ਖਿਆਲ ਆ ਰਹੇ ਸੀ, ਉਹਨਾਂ ਦੇ ਵਿਚਾਰ, ਜੋ ਮਨ ਦੇ ਭਾਵ ਸੀ, ਉਹਨਾਂ ਨੂੰ ਕਵੀ ਨੇ ਇੱਕ ਗੀਤ ਦੇ ਰਾਹੀਂ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਪੇਸ਼ ਕੀਤਾ ਹੈ। ਇਸ ਗੀਤ ਵਿੱਚ ਮਾਤਾ ਜੀ ਹੈ ਜੋ ਉਹ ਉਹਨਾਂ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਕਲਗੀ ਦਾ ਜ਼ਿਕਰ ਕਰਦੇ ਨੇ। ਮਤਲਬ ਉਹਨਾਂ ਦੀ ਕਲਗੀ ਰਾਹੀਂ ਉਹ ਉਹਨਾਂ ਦੋਨਾਂ ਨੂੰ ਯਾਦ ਕਰਦੇ ਨੇ ਅਤੇ ਉਸ ਕਲਗੀ ਨੂੰ ਸੰਭਾਲ ਕੇ ਰੱਖਣ ਦੀ ਗੱਲ ਕਰਦੇ ਨੇ, ਕਿਉਂਕਿ ਉਹਨਾਂ ਨੂੰ ਦੋਨੋਂ ਸਾਹਿਬਜ਼ਾਦਿਆਂ ਦੀ ਯਾਦ ਆ ਰਹੀ ਹੈ। ਉਹਨਾਂ ਦੇ ਵਿਛੋੜੇ ਦੇ ਵਿੱਚ ਉਹਨਾਂ ਦੇ ਜੋ ਮਨ ਦੇ ਭਾਵ ਹੈ ਉਹਨਾਂ ਨੂੰ ਕਵੀ ਨੇ ਇੱਕ ਕਵਿਤਾ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਇਹ ਭਾਵ ਮਾਤਾ ਗੁਜਰੀ ਜੀ ਦੇ ਵੀ ਹੋ ਸਕਦੇ ਹਨ ਅਤੇ ਇਸ ਤੋਂ ਇਲਾਵਾ ਸਾਹਿਬਜ਼ਾਦਿਆਂ ਦੇ ਵਿਛੋੜੇ ਦੇ ਵਿੱਚ ਬਿਲਕਦੇ ਕਿਸੇ ਵੀ ਦਿਲ ਦੇ ਇਹ ਵਿਚਾਰ ਹੋ ਸਕਦੇ ਹਨ। ਆਓ ਕਵਿਤਾ ਵਿੱਚ ਦੇਖਦੇ ਹਾਂ ਕਿ ਕਵੀ ਨੇ ਕਿਸ ਤਰ੍ਹਾਂ ਦੇ ਵਿਚਾਰ ਪੇਸ਼ ਕੀਤੇ ਹਨ। ਚੁੰਮ ਚੁੰਮ ਰੱਖੋ ਨੀਏ ਕਲਗੀ ਜੁਝਾਰ ਦੀ, ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ। ਜੰਗ ਵਿੱਚ ਲੜ ਕੇ ਸਿਪਾਹੀ ਮੇਰੇ ਆਣਗੇ, ਚੰਨਾਂ ਦਿਆਂ ਚਿਹਰਿਆਂ ਤੋਂ ਚੰਨ ਮੁਸਕਾਣਗੇ। ਵਿਹੜੇ ਵਿੱਚ ਠਾਠਾਂ ਮਾਰੂ ਖੁਸ਼ੀ ਸੰਸਾਰ ਦੀ, ਚੁੰਮ ਚੁੰਮ ਰੱਖੋ ਨੀਏ ਕਲਗੀ ਜੁਝਾਰ ਦੀ। ਇਸ ਪਹਿਲੇ ਪਹਿਰੇ ਵਿੱਚ ਕਵੀ ਕੀ ਲਿਖਦਾ ਹੈ ਕਿ ਮਾਤਾ ਜੀ ਕਹਿ ਰਹੇ ਨੇ ਕਿ ਮੇਰੇ ਜੁਝਾਰ ਦੀ ਜਿਹੜੀ ਇਹ ਕਲਗੀ ਹੈ ਇਸ ਨੂੰ ਚੁੰਮ ਚੁੰਮ ਕੇ ਰੱਖੋ, ਇਸ ਨੂੰ ਬੜੇ ਹੀ ਪਿਆਰ ਨਾਲ ਸੰਭਾਲ ਕੇ ਰੱਖੋ ਅਤੇ ਇਹਦੀ ਜਿਹੜੀ ਲੜੀ ਹੈ ਉਹ ਫੁੱਲਾਂ ਨਾਲ ਗੁੰਦੋ, ਹੀਰਿਆਂ ਦੇ ਹਾਰ ਦੇ ਨਾਲ ਇਸ ਨੂੰ ਗੁੰਦ ਕੇ ਸਜਾ ਕੇ ਸਵਾਰ ਕੇ ਰੱਖੋ। ਕਿਉਂਕਿ ਜਦੋਂ ਮੇਰੇ ਸਾਹਿਬਜ਼ਾਦੇ ਆਉਣਗੇ ਜੰਗ ਦੇ ਵਿੱਚੋਂ ਲੜ ਕੇ, ਮੇਰੇ ਜਦੋਂ ਸਾਹਿਬਜ਼ਾਦੇ ਸਿਪਾਹੀ ਮੇਰੇ ਵਾਪਸ ਆਉਣਗੇ ਤਾਂ ਉਹਨਾਂ ਦੇ ਚਿਹਰੇ ਦੇ ਉੱਤੇ ਮੈਨੂੰ ਚੰਨ ਦੀ ਜਿਹੀ ਮੁਸਕਰਾਹਟ ਹੈ ਜਿਹੜੀ ਉਹ ਦਿਖਾਈ ਦੇਵੇਗੀ ਅਤੇ ਇਸ ਵਿਹੜੇ ਵਿੱਚ ਸਾਰੇ ਸੰਸਾਰ ਦੀ ਖੁਸ਼ੀ ਉਸ ਵੇਲੇ ਠਾਠਾਂ ਮਾਰੇਗੀ। ਉਹਨਾਂ ਦੀ ਇਹ ਕਲਗੀ ਹੈ ਜਿਹੜੀ ਉਹਨਾਂ ਦੀ ਯਾਦ ਵਿੱਚ ਇਸ ਨੂੰ ਸਜਾ ਕੇ ਸਵਾਰ ਕੇ ਅਤੇ ਸੰਭਾਲ ਕੇ ਰੱਖੋ। ਕੂਲੇ ਕੂਲੇ ਹੱਥ ਕਿਰਪਾਨਾਂ ਵਿੱਚ ਗੋਰੀਆਂ, ਕੱਲ੍ਹ ਨੇ ਸਵੇਰ ਦੀਆਂ ਜੋੜੀਆਂ ਮੈਂ ਤੋਰੀਆਂ। ਜਿਨ੍ਹਾਂ ਦਾ ਪਿਛੋੜਾ ਮੈਂ ਨਾ ਪਲ ਸੀ ਸਹਾਰ ਦੀ, ਚੁੰਮ ਚੁੰਮ ਰੱਖੋ ਨੀ ਮੈਂ ਇਹ ਕਲਗੀ ਜੁਝਾਰ ਦੀ। ਕੂਲੇ ਹੱਥ ਕੀ ਹੁੰਦੇ ਬੇਟਾ? ਨਰਮ ਨਰਮ ਹੱਥ। ਸਹਾਰ ਦੀ ਮਤਲਬ ਸਹਿੰਦੀ। ਇਹਦੇ ਵਿੱਚ ਮਾਤਾ ਜੀ ਅੱਗੇ ਕੀ ਕਹਿੰਦੇ ਨੇ ਕਿ ਮੇਰੇ ਸਾਹਿਬਜ਼ਾਦਿਆਂ ਦੇ ਹੱਥ ਬੜੇ ਹੀ ਕੂਲੇ ਕੂਲੇ ਅਤੇ ਨਰਮ ਨਰਮ ਹਨ, ਜਿਨ੍ਹਾਂ ਦੇ ਵਿੱਚ ਨੰਗੀਆਂ ਚਿੱਟੀਆਂ ਤਲਵਾਰਾਂ, ਗੋਰੀਆਂ ਤਲਵਾਰਾਂ ਜਿਹੜੀਆਂ ਉਹ ਫੜੀਆਂ ਹੋਈਆਂ ਹਨ। ਚਿੱਟੇ ਨੂੰ ਗੋਰਾ ਵੀ ਕਹਿ ਦਿੱਤਾ ਜਾਂਦਾ ਹੈ। ਅਤੇ ਕੱਲ੍ਹ ਸਵੇਰ ਦੀ ਮੈਂ ਜੋੜੀ ਹੈ ਜਿਹੜੀ ਉਹ ਜੰਗ ਦੇ ਮੈਦਾਨ ਦੇ ਵਿੱਚ ਭੇਜੀ ਹੋਈ ਹੈ, ਜਿਨ੍ਹਾਂ ਦਾ ਵਿਛੋੜਾ ਮੈਂ ਇੱਕ ਪਲ ਵੀ ਸਹਾਰ ਨਹੀਂ ਸਕਦੀ ਸੀ। ਉਹਨਾਂ ਨੂੰ ਮੈਂ ਕੱਲ੍ਹ ਤੋਂ ਦੇਖਿਆ ਨਹੀਂ, ਉਹ ਕੱਲ੍ਹ ਦੇ ਜੰਗ ਦੇ ਮੈਦਾਨ ਦੇ ਵਿੱਚ ਗਏ ਹੋਏ ਹਨ। ਇਸ ਕਰਕੇ ਮਾਤਾ ਜੀ ਕਹਿੰਦੇ ਹਨ ਕਿ ਉਹਨਾਂ ਦੀ ਯਾਦ ਵਿੱਚ ਉਹਨਾਂ ਦੀ ਕਲਗੀ ਹੈ ਜੋ ਮੈਂ ਉਸਨੂੰ ਸੰਭਾਲ ਕੇ ਰੱਖਦੀ ਹਾਂ। ਘੋੜੀਆਂ ਦੇ ਪੌੜ ਜਦੋਂ ਕੰਨਾਂ ਸੁਣੇ ਵੱਜਦੇ, ਵੇਖਣ ਨੂੰ ਨੈਣ ਆਏ ਬੂਹੇ ਵੱਲ ਭੱਜਦੇ। ਲਹੂ ਵਿੱਚ ਭਿੱਜੀ ਘੋੜੀ ਵੇਖੀ ਭੁੱਬਾਂ ਮਾਰਦੀ, ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ। ਅੱਗੇ ਮਾਤਾ ਜੀ ਕਹਿੰਦੇ ਹਨ ਕਿ ਜਦੋਂ ਮੈਨੂੰ ਘੋੜੀਆਂ ਦੇ ਪੌੜਾਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਮੇਰੇ ਨੈਣ ਸੀ ਜਿਹੜੇ ਉਹ ਭੱਜ ਕੇ ਬੂਹੇ ਵੱਲ ਆਏ। ਮੈਨੂੰ ਇਹ ਭੁਲੇਖਾ ਪਿਆ ਕਿ ਮੇਰੇ ਸਾਹਿਬਜ਼ਾਦੇ ਆ ਗਏ ਹਨ, ਮੇਰੇ ਲਾਲ ਆ ਗਏ ਹਨ, ਅਤੇ ਇਸ ਕਰਕੇ ਮੈਂ ਬੂਹੇ ਵੱਲ ਭੱਜ ਕੇ ਗਈ। ਪਰ ਜਦੋਂ ਬੂਹੇ ਵਿੱਚ ਦੇਖਿਆ ਤਾਂ ਜਾ ਕੇ ਕੀ ਵੇਖਦੀ ਹਾਂ ਕਿ ਜਿਹੜੀ ਘੋੜੀ ਸੀ ਉਹ ਲਹੂ ਨਾਲ ਭਿੱਜੀ ਹੋਈ ਸੀ। ਭਿੱਜੀ ਮਤਲਬ ਗਿੱਲੀ ਹੋਈ ਵੀ ਸੀ। ਬੂਹਾ ਕੀ ਹੁੰਦਾ ਬੱਚੇ? ਉਹ ਦਰਵਾਜ਼ਾ। ਨੈਣ ਹੁੰਦੀਆਂ ਅੱਖਾਂ। ਤਾਂ ਭਿੱਜੀ ਮਤਲਬ ਗਿੱਲੀ ਹੋਈ ਵੀ ਭੁੱਬਾਂ ਮਾਰ ਰਹੀ ਸੀ। ਭੁੱਬਾਂ ਮਾਰ ਕੀ ਸੀ? ਰੋ ਰਹੀ ਸੀ ਉਹ, ਅਤੇ ਮਤਲਬ ਦੱਸ ਰਹੀ ਸੀ ਕਿ ਸਾਹਿਬਜ਼ਾਦੇ ਆ ਜਿਹੜੇ ਉਹ ਜੰਗ ਦੇ ਮੈਦਾਨ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਹਨ। ਤਾਂ ਇਸ ਪਹਿਰੇ ਵਿੱਚ ਮਾਤਾ ਜੀ ਦੱਸਦੇ ਹਨ ਕਿ ਜਦੋਂ ਮੈਨੂੰ ਘੋੜੀਆਂ ਦੇ ਪੌੜਾਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਮੈਨੂੰ ਇੰਝ ਲੱਗਿਆ ਜਿਵੇਂ ਮੇਰੇ ਸਾਹਿਬਜ਼ਾਦੇ ਆ ਗਏ ਹੋਣ। ਇਸ ਕਰਕੇ ਮੇਰੀਆਂ ਜਿਹੜੀਆਂ ਅੱਖਾਂ ਸੀ, ਮੇਰੇ ਜਿਹੜੇ ਨੈਣ ਸੀ, ਉਹ ਭੱਜ ਕੇ ਬੂਹੇ ਵੱਲ ਆਏ ਅਤੇ ਦੇਖਿਆ ਕਿ ਅੱਗੇ ਜਿਹੜੀ ਲਹੂ ਦੀ ਭਿੱਜੀ ਹੋਈ ਘੋੜੀ ਸੀ ਉਹ ਭੁੱਬਾਂ ਮਾਰ ਕੇ ਰੋ ਰਹੀ ਸੀ ਅਤੇ ਦੱਸ ਰਹੀ ਸੀ ਕਿ ਸਾਹਿਬਜ਼ਾਦੇ ਜੰਗ ਦੇ ਮੈਦਾਨ ਦੇ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਹਨ।
ਅੱਗੇ ਕਹਿੰਦੇ ਆ ਕਿ ਲੱਗੇ ਹੋਏ ਕਾਠੀ ਉੱਤੇ ਲਹੂ ਨੇ ਦੱਸਿਆ, ਮਾਏ ਤੇਰਾ ਜੋੜਾ ਦਾਦੇ ਕੋਲ ਹੈ ਜਾ ਵਸਿਆ, ਛੱਡ ਦੇ ਉਡੀਕ ਹੁਣ ਹੰਸਾਂ ਦੀ ਡਾਰ ਦੀ, ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ। ਉਡੀਕ ਕੀ ਹੁੰਦੀ ਹੈ ਬੇਟਾ? ਇੰਤਜ਼ਾਰ। ਤਾਂ ਇਹਦੇ ਵਿੱਚ ਮਾਤਾ ਜੀ ਅੱਗੇ ਦੱਸਦੇ ਨੇ ਕਿ ਜਦੋਂ ਮੈਂ ਘੋੜੀ ਨੂੰ ਲਹੂ ਵਿੱਚ ਭਿੱਜੀ ਵੇਖਿਆ ਤਾਂ ਉਹਦੇ ਉੱਤੇ ਜਿਹੜਾ ਲਹੂ ਸੀ ਕਾਠੀ ਦੇ ਉੱਤੇ ਲੱਗਿਆ ਹੋਇਆ, ਉਹ ਮੈਨੂੰ ਬੋਲ ਕੇ ਦੱਸ ਰਿਹਾ ਸੀ ਕਿ ਮਾਤਾ ਜਿਹੜਾ ਤੇਰਾ ਜੋੜਾ ਸੀ, ਲਾਲਾਂ ਦਾ ਜੋੜਾ ਸੀ, ਉਹ ਆਪਣੇ ਦਾਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਕੋਲ ਜਾ ਕੇ ਵਸ ਗਿਆ ਹੈ। ਮਤਲਬ ਕਿ ਉਹ ਸ਼ਹੀਦੀ ਪ੍ਰਾਪਤ ਕਰ ਗਿਆ ਹੈ ਅਤੇ ਸਵਰਗ ਦੇ ਵਿੱਚ ਆਪਣੇ ਦਾਦਾ ਜੀ ਕੋਲ ਜਾ ਪਹੁੰਚਿਆ ਹੈ। ਇਸ ਕਰਕੇ ਹੁਣ ਤੂੰ ਉਹਨਾਂ ਦੀ ਉਡੀਕ ਛੱਡ ਦੇ। ਉਹ ਹੰਸਾਂ ਦੇ ਜਿਹੜਾ ਜੋੜਾ ਸੀ, ਹੰਸਾਂ ਦੀ ਜਿਹੜੀ ਡਾਰ ਸੀ, ਉਸ ਦੀ ਤੂੰ ਉਡੀਕ ਛੱਡ ਦੇ, ਕਿਉਂਕਿ ਉਸਨੇ ਮੁੜ ਕੇ ਕਦੇ ਵਾਪਸ ਨਹੀਂ ਆਉਣਾ, ਕਿਉਂਕਿ ਉਹ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦੀ ਪਾ ਕੇ ਆਪਣੇ ਦਾਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਕੋਲ ਜਾ ਬਿਰਾਜੇ ਹਨ। ਤਾਂ ਇਸ ਤਰ੍ਹਾਂ ਬੇਟਾ ਇਸ ਕਵਿਤਾ ਦੇ ਵਿੱਚ ਕਵੀ ਨੇ ਬੜੇ ਹੀ ਸੁੰਦਰ ਤਰੀਕੇ ਦੇ ਨਾਲ ਮਾਤਾ ਜੀ ਦੇ ਜਿਹੜੇ ਮਨ ਦੇ ਭਾਵ ਹੈ ਉਹਨਾਂ ਨੂੰ ਪ੍ਰਗਟ ਕੀਤਾ ਹੈ ਕਿ ਜਦੋਂ ਸਾਹਿਬਜ਼ਾਦੇ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਗਏ ਹੋਏ ਸੀ ਤਾਂ ਕਿਸ ਤਰ੍ਹਾਂ ਮਾਤਾ ਉਹਨਾਂ ਦੇ ਇੰਤਜ਼ਾਰ ਦੇ ਵਿੱਚ ਉਹਨਾਂ ਦੀ ਕਲਗੀ ਨੂੰ ਸੰਭਾਲ ਕੇ ਰੱਖਦੇ ਸੀ। ਅਤੇ ਪਰ ਜਦੋਂ ਉਹਨਾਂ ਦਾ ਇੰਤਜ਼ਾਰ ਖਤਮ ਹੋਇਆ ਤਾਂ ਉਸ ਸਮੇਂ ਕੀ ਹੋਇਆ ਕਿ ਘੋੜੀ ਆਈ, ਖਾਲੀ ਆਈ, ਜਿਹਦੇ 'ਤੇ ਸਾਹਿਬਜ਼ਾਦੇ ਸਵਾਰ ਹੋ ਕੇ ਨਹੀਂ ਆਏ, ਅਤੇ ਉਸ ਘੋੜੀ ਦੇ ਖਾਲੀ ਆਉਣ ਦਾ ਮਤਲਬ ਮਾਤਾ ਜੀ ਨੇ ਸਮਝ ਲਿਆ ਕਿ ਸਾਹਿਬਜ਼ਾਦੇ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦੀ ਪਾ ਚੁੱਕੇ ਹਨ, ਆਪਣੇ ਆਪ ਅਤੇ ਆਪਣੇ ਦਾਦਾ ਜੀ ਕੋਲ ਜਾ ਚੁੱਕੇ ਹਨ। ਇਸ ਤਰ੍ਹਾਂ ਬੇਟਾ ਕਵੀ ਨੇ ਬੜੇ ਹੀ ਸੁੰਦਰ ਤਰੀਕੇ ਨਾਲ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਨਾਲ ਸੰਬੰਧਿਤ ਇਹ ਕਵਿਤਾ ਪੇਸ਼ ਕੀਤੀ ਹੈ। ਉਮੀਦ ਕਰਦੀ ਹਾਂ ਕਿ ਤੁਹਾਨੂੰ ਕਵਿਤਾ ਸਮਝ ਆ ਗਈ ਹੋਏਗੀ ਅਤੇ ਚੰਗੀ ਲੱਗੇ ਹੋਏਗੀ। ਇਸ ਤੋਂ ਬਾਅਦ ਸ਼ਬਦ ਅਰਥ ਦਿੱਤੇ ਗਏ ਹਨ, ਉਹ ਤੁਸੀਂ ਕਰ ਲੈਣੇ ਹਨ। ਪਾਠ ਦੇ ਅਭਿਆਸ ਦੇ ਪ੍ਰਸ਼ਨ, ਵਸਤੂਨਿਸ਼ਟ ਪ੍ਰਸ਼ਨ, ਉਸ ਤੋਂ ਬਾਅਦ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਹਨ ਅਤੇ ਲੌਂਗ ਕੁਐਸਚਨ ਹੈ ਇੱਕ ਬੇਟਾ ਜਿਹੜਾ ਚੁੰਮ ਚੁੰਮ ਰੱਖੋ ਨੀ ਇਹ ਕਵਿਤਾ ਦੇ ਵਿੱਚ ਸਾਨੂੰ ਕੀ ਜਾਣਕਾਰੀ ਮਿਲਦੀ ਹੈ ਉਹਦਾ ਵਰਣਨ ਕਰਨਾ ਹੈ ਤੁਸੀਂ। ਉਸ ਤੋਂ ਬਾਅਦ ਕੁਝ ਵਿਆਕਰਨ ਭਾਗ ਦੇ ਵਿੱਚ ਸਮਾਨ ਅਰਥਾਂ ਵਾਲੇ ਸ਼ਬਦ ਪਹਿਲੇ ਪ੍ਰਸ਼ਨ ਦੇ ਵਿੱਚ। ਉਸ ਤੋਂ ਬਾਅਦ ਕਵਿਤਾ ਵਿੱਚ ਆਏ ਸ਼ਬਦਾਂ ਦੇ ਸੰਬੰਧ ਕੀ ਰੂਪ ਦੀਆਂ ਉਦਾਹਰਨਾਂ ਕਈ ਸਾਨੂੰ ਮਿਲਦੀਆਂ ਨੇ, ਅਤੇ ਉੱਪਰ ਲਕੀਰੇ ਸ਼ਬਦਾਂ ਨੂੰ ਵੇਖੋ ਅਤੇ ਫੁੱਲ, ਚੰਨ, ਹੰਸ ਸ਼ਬਦਾਂ ਦਾ ਇੱਕ ਵਚਨ ਅਤੇ ਬਹੁਵਚਨ ਰੂਪ ਇੱਕ ਹੀ ਰਹਿੰਦਾ ਹੈ। ਇਸ ਤੋਂ ਇਲਾਵਾ ਇੱਕ ਫੁੱਲ, ਦੋ ਫੁੱਲ, ਇਹ ਤੁਹਾਨੂੰ ਇੱਕ ਵਚਨ ਅਤੇ ਬਹੁਵਚਨ ਦਾ ਜਿਹੜਾ ਪਹਿਲਾਂ ਵੀ ਮੈਂ ਤੁਹਾਨੂੰ ਸਮਝਾਇਆ ਹੈ ਕਿ ਇੱਕ ਵਚਨ 'ਤੇ ਜਿਹੜੇ ਬਹੁਵਚਨ ਹੁੰਦੇ ਹਨ, ਕਈ ਸ਼ਬਦ ਇਸ ਤਰ੍ਹਾਂ ਦੇ ਹੁੰਦੇ ਹਨ ਜਿਹੜੇ ਇੱਕ ਵਚਨ ਲਈ ਵੀ ਇੱਕੋ ਹੀ ਸ਼ਬਦ ਵਰਤਿਆ ਜਾਂਦਾ ਹੈ ਅਤੇ ਉਹੀ ਸ਼ਬਦ ਹੈ ਜਿਹੜਾ ਬਹੁਤਿਆਂ ਲਈ ਵੀ ਵਰਤਿਆ ਜਾਂਦਾ ਹੈ। ਜਿਵੇਂ ਫੁੱਲ ਇੱਕ ਹੋਵੇ ਜਾਂ ਬਹੁਤੇ ਹੋਣ ਤਾਂ ਅਸੀਂ ਫੁੱਲ ਹੀ ਕਹਾਂਗੇ, ਅਤੇ ਚੰਨ ਇੱਕ ਹੋਵੇ ਜਾਂ ਦੋ ਜਾਂ 10 ਜਾਂ ਹੰਸ, ਇਹ ਸ਼ਬਦ ਹੈ ਜਿਹੜੇ ਉਹ ਸਾਰੇ ਉਹੀ ਰਹਿੰਦੇ ਹਨ, ਅੱਗੇ ਉਹਨਾਂ ਦੀ ਗਿਣਤੀ ਹੈ ਜਿਹੜੀ ਉਹ ਲਗਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਫੁੱਲਾਂ, ਚੰਨਾਂ, ਹੰਸਾਂ ਇਹਨਾਂ ਸ਼ਬਦਾਂ ਨੂੰ ਸੰਬੰਧਕੀ ਰੂਪ ਵਿੱਚ ਵੀ ਪੇਸ਼ ਕੀਤਾ ਗਿਆ ਹੈ। ਇਹਨਾਂ ਦਾ ਮਤਲਬ ਕੀ ਹੈ? ਸੰਬੰਧ ਜੁੜਦਾ ਨਾਮ ਨਾਲ ਜਾਂ ਹੋਰ ਸ਼ਬਦਾਂ ਦੇ ਨਾਲ, ਇਹਨਾਂ ਦਾ ਸੰਬੰਧ ਇਹ ਸਾਨੂੰ ਪ੍ਰਗਟ ਕਰਦੇ ਹਨ। ਇਸੇ ਤਰ੍ਹਾਂ ਭਰਾ ਸ਼ਬਦ ਦਾ ਬਹੁਵਚਨ ਵੀ ਭਰਾ ਹੀ ਹੁੰਦਾ ਹੈ। ਜਦੋਂ ਅਸੀਂ ਵੇਖਦੇ ਹਾਂ ਕਿ ਭਰਾਵਾਂ ਨੇ ਜਾਇਦਾਦ ਵੰਡ ਲਈ ਹੈ ਤਾਂ ਭਰਾ ਸ਼ਬਦ ਦਾ ਸੰਬੰਧਕੀ ਰੂਪ ਭਰਾਵਾਂ ਬਣ ਜਾਂਦਾ ਹੈ। ਇਹ ਸੰਬੰਧ ਦਰਸਾਉਂਦਾ ਹੈ ਦਾ, ਦੇ, ਦੀ, ਨੇ, ਨੂੰ ਆਦਿ ਨੂੰ ਆਮ ਤੌਰ 'ਤੇ ਸੰਬੰਧਕ ਕਿਹਾ ਜਾਂਦਾ ਹੈ। ਅਤੇ ਜਿਵੇਂ ਇਸੇ ਤਰ੍ਹਾਂ ਹੀ ਚਿਹਰਾ ਸ਼ਬਦ ਹੈ ਜਿਹੜਾ ਉਹ ਬਹੁਵਚਨ ਹੈ, ਚਿਹਰੇ। ਚਿਹਰਾ ਸ਼ਬਦ ਦਾ ਬਹੁਵਚਨ ਕੀ ਹੈ? ਚਿਹਰੇ। ਅਤੇ ਚਿਹਰੇ ਨੂੰ ਕਈ ਵਾਰੀ ਅਸੀਂ ਸੰਬੰਧਕੀ ਰੂਪ ਵਿੱਚ ਵੀ ਲੈ ਲੈਂਦੇ ਹਾਂ, ਜਿਵੇਂ ਉਸਦੇ ਚਿਹਰੇ 'ਤੇ ਨੂਰ ਸੀ, ਮਤਲਬ ਚਿਹਰੇ ਦੇ ਉੱਤੇ ਨੂਰ ਸੀ, ਤਾਂ ਉੱਤੇ ਜਿਹੜਾ ਹੈ ਇਹ ਚਿਹਰੇ ਦੇ ਇਹ ਸ਼ਬਦ ਇਹਦਾ ਸੰਬੰਧਕੀ ਰੂਪ ਬਣ ਗਿਆ। ਉੱਤੇ ਸ਼ਬਦ ਨੂੰ ਅਸੀਂ ਨਹੀਂ ਲਾਇਆ, ਚਿਹਰੇ ਸ਼ਬਦ ਲਾ ਕੇ ਉੱਤੇ ਸ਼ਬਦ ਨੂੰ ਦਾ ਸੰਬੰਧਕ ਹੈ ਜਿਹੜਾ ਉਸ ਨੂੰ ਖਤਮ ਕਰ ਦਿੱਤਾ ਅਤੇ ਇਹ ਸੰਬੰਧਕੀ ਰੂਪ ਬਣ ਗਿਆ। ਤਾਂ ਇਸ ਤੋਂ ਇਲਾਵਾ ਹੇਠਾਂ ਕੁਝ ਸ਼ਬਦ ਦਿੱਤੇ ਗਏ ਹਨ, ਇਹ ਕਿਹੜੀ ਪ੍ਰਕਾਰ ਦੇ ਨਾਮ ਹਨ ਉਹ ਤੁਸੀਂ ਦੱਸ ਦੇਣਾ ਹੈ। ਯੋਗਤਾ ਵਿਸਥਾਰ ਦਾ ਪ੍ਰਸ਼ਨ ਤੁਸੀਂ ਆਪਣੇ ਆਪ ਕਰੋਗੇ। ਇਸ ਤੋਂ ਇਲਾਵਾ ਇਹਨਾਂ ਪ੍ਰਸ਼ਨਾਂ ਦੇ ਉੱਤਰ ਮੈਂ ਤੁਹਾਡੇ ਨਾਲ ਅਗਲੀ ਵੀਡੀਓ ਵਿੱਚ ਸਾਂਝੇ ਕਰਾਂਗੀ। ਤਦ ਤੱਕ ਲਈ ਧੰਨਵਾਦ।